ਸਿੱਖਾਂ ਦੇ ਚਾਹੇ ਛਿੱਤਰ ਫਿਰਦਾ ਹੋਵੇ, ਸਿੱਖਾਂ ਨੂੰ ਚਾਹੇ ਜਲੀਲ ਕੀਤਾ ਜਾਂਦਾ ਹੋਵੇ, ਤੇ ਆਪਾਂ ਨੂੰ ਬੋਲਣਾ ਨਹੀਂ ਚਾਹੀਦਾ। ਆਪਾਂ ਨੂੰ ਆਪਦੇ ਹੱਕਾਂ ਦੀ ਗੱਲ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਆਪਣਾ ਬੜਾ ਨੁਕਸਾਨ ਹੋ ਸਕਦਾ। ਇੱਦਾਂ ਦੀਆਂ ਗੱਲਾਂ ਕਰਨ ਵਾਲੇ ਬੜੇ ਲੋਕ ਇਸ ਵੇਲੇ ਸਾਡੇ ਧਰਮ ਦੇ ਵਿੱਚ ਜਿਹੜੇ ਨਵੇਂ ਪ੍ਰਚਾਰਕ ਆਏ ਨੇ, ਉਹਨਾਂ ਨੇ ਪੈਦਾ ਕਰ ਦਿੱਤੇ ਆ। ਵਾਹਿਗੁਰੂ जी का खालसा, वाहिगुरू जी की फतेह। लाइव ਦੇ ਵਿੱਚ ਜੁੜ ਰਹੇ ਸਾਰੇ ਭੈਣ ਭਰਾਵਾਂ ਨੂੰ ਜੀ ਆਇਆਂ ਕਹਿੰਦੇ ਆ, ਤੇ ਉਹਨਾਂ ਭੈਣ ਭਰਾਵਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਜਿਨ੍ਹਾਂ ਨੇ ਇਸ ਲਾਈਵ ਦੇ ਵਿੱਚ ਪੇਸ਼ ਹੋਣ ਵਾਲੇ ਵਿਚਾਰਾਂ ਨੂੰ ਬਾਅਦ ਵਿੱਚ ਸੁਣਨਾ ਹੈ। ਅੱਜ ਜਿਹੜਾ ਲਾਈਵ ਦਾ ਵਿਸ਼ਾ ਆਪਾਂ ਮੁੱਖ ਤੌਰ ਦੇ ਉੱਤੇ ਲਿਆ ਹੈ, ਉਹ ਇਹ ਹੈ, ਇੱਕ ਮੈਂ ਹੁਣੇ ਪੜ੍ਹ ਰਿਹਾ ਸੀਗਾ, ਅੱਗੇ ਵੀ ਕਈ ਵਾਰ ਉਹ ਫੋਟੋ ਮੇਰੇ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ। ਉਹਦੇ ਉੱਤੇ ਸ਼ਬਦ ਲਿਖੇ ਹੋਏ ਨੇ, No one loves a warrior until the enemy is at the gate। ਵੀ ਕੋਈ ਵੀ ਜਿਹੜੇ ਲੋਕ ਨੇ ਜਾਂ ਕੋਈ ਭਾਈਚਾਰਾ ਹੈ, ਉਹ ਯੋਧਿਆਂ ਦੀ ਕਦਰ, ਸੂਰਵੀਰਾਂ ਦੀ ਕਦਰ ਉਦੋਂ ਤੱਕ ਨਹੀਂ ਕਰਦਾ ਜਦੋਂ ਤੱਕ ਦੁਸ਼ਮਣ ਜਿਹੜਾ ਦਰਾਂ 'ਚ ਆ ਕੇ ਦਰਕਾਰ ਨਾ ਦੇਵੇ। ਗੱਲ ਭਾਵੇਂ ਅੰਗਰੇਜ਼ੀ 'ਚ ਲਿਖੀ ਆ ਵੀ No one loves a warrior until the enemy is at the gate, ਪਰ ਹੈ ਗੱਲ ਸੱਚੀ ਆ। ਆਮ ਤੌਰ 'ਤੇ ਹੁੰਦਾ ਇਹੀ ਆ, ਚਾਹੇ ਕਿਸੇ ਪਰਿਵਾਰ ਦਾ ਮਸਲਾ, ਚਾਹੇ ਕਿਸੇ ਮੁਲਕ ਦਾ ਮਸਲਾ, ਚਾਹੇ ਕਿਸੇ ਕੌਮ ਦਾ ਜਾਂ ਧਰਮ ਦਾ ਮਸਲਾ ਹੋਵੇ, ਉਸ ਕੌਮ ਦੇ, ਉਸ ਧਰਮ ਦੇ, ਉਸ ਮੁਲਕ ਦੇ ਜਿਹੜੇ ਲੋਕ ਨੇ, ਜਦੋਂ ਤੱਕ ਦੁਸ਼ਮਣ ਦਰਾਂ 'ਚ ਆ ਕੇ ਖੰਘੂਰਾ ਨਹੀਂ ਨਾ ਮਾਰਦਾ, ਉਦੋਂ ਪਹਿਲਾਂ ਆਪਦੀ ਕੌਮ ਦੇ ਯੋਧਿਆਂ ਨੂੰ ਨਿੰਦਣ ਭੰਡਣ ਉੱਤੇ ਜ਼ੋਰ ਰੱਖਦੇ ਆ ਜਾਂ ਉਹਨਾਂ ਦੀ ਪਰਵਾਹ ਨਹੀਂ ਕਰਦੇ। ਅਤੇ ਸਿੱਖਾਂ ਨਾਲ ਵੀ ਇਹੀ ਕੁਛ ਹੋ ਰਿਹਾ। ਅੱਜ ਇੱਕ ਮੈਂ ਪੋਸਟ ਲਿਖੀ, ਔਰ ਉਹ ਪੋਸਟ ਇੱਕ ਸਧਾਰਨ ਜਿਹੀ ਪੋਸਟ ਸੀ, ਕੋਈ ਐਡੀ ਉਹਦੇ 'ਚ ਗੱਲਬਾਤ ਨਹੀਂ ਸੀ, ਪਰ ਇੱਕ ਸਿੱਖ ਬੱਚੇ ਨੇ, ਬੱਚੇ ਤੋਂ ਭਾਵੇਂ ਨਹੀਂ ਕਿ ਉਹਦੀ ਉਮਰ ਛੋਟੀ ਆ, ਜਿਹਦੀ ਬੁੱਧੀ ਛੋਟੀ ਆ, ਬੁੱਧੀ ਹੀ ਬੱਚਿਆਂ ਵਾਲੀ ਆ, ਉਹ ਬੱਚਾ ਹੀ ਹੁੰਦਾ। ਅਤੇ ਜਿਸ ਚੜ੍ਹਦੀ ਉਮਰ ਦੇ, ਅੱਲੜ ਉਮਰ ਦੇ ਬੱਚੇ ਦੇ ਮਨ ਦੇ ਵਿਚਾਰ ਪਰਪੱਕ ਨੇ, ਉਹਦੀ ਉਮਰ ਚਾਹੇ ਛੋਟੀ ਆ, ਪਰ ਉਹ ਵੱਡੀ ਸੋਚ ਰੱਖਦਾ, ਇਸ ਕਰਕੇ ਉਹਨੂੰ ਆਪਾਂ ਵੱਡਾ ਮੰਨ ਲੈਂਦੇ ਹਾਂ ਵੀ ਇਹਦੀ ਸੋਚ ਵੱਡੀ। ਯਾਦ ਰੱਖਣ ਵਾਲੀ ਗੱਲ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਕੱਥੂ ਨੰਗਲ ਦੇ ਇਲਾਕੇ ਦੇ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਜਲ ਪਾਣੀ ਛਕਾਇਆ ਸੇਵਾ ਭਾਵਨਾ ਦੇ ਤਹਿਤ, ਤਾਂ ਗੁਰੂ ਨਾਨਕ ਪਾਤਸ਼ਾਹ ਨੇ ਉਸ ਬੱਚੇ ਨਾਲ, ਉਸ ਨੌਜਵਾਨ ਦੇ ਨਾਲ ਜਦੋਂ ਗੱਲਬਾਤ ਕੀਤੀ, ਤਾਂ ਉਹਦੀਆਂ ਗੱਲਾਂ ਬੜੀਆਂ ਸੂਝ ਸਿਆਣਪ ਵਾਲੀਆਂ ਦੇਖ ਕੇ ਫਰਮਾਇਆ ਸੀਗਾ ਕਿ ਅਜੇ ਉਮਰ ਤਾਂ ਬੇਸ਼ੱਕ ਛੋਟੀ ਆ, ਪਰ ਤੇਰੇ ਬਚਨ ਜਿਹੜੇ ਆ ਬਜ਼ੁਰਗਾਂ ਵਰਗੇ ਨੇ, ਬੁੱਢਿਆਂ ਵਰਗੇ ਨੇ। ਇਸ ਤਰੀਕੇ ਨਾਲ ਬਾਬਾ ਬੁੱਢਾ ਜੀ ਨੂੰ ਅਸੀਂ ਇਤਿਹਾਸ ਦੇ ਵਿੱਚ ਜਾਣਦੇ ਹਾਂ, ਅਤੇ ਉਹਨਾਂ ਦਾ ਨਾਮ ਬਾਬਾ ਬੁੱਢਾ ਜੀ ਪੈ ਗਿਆ। ਸੋ ਇਸੇ ਤਰੀਕੇ ਨਾਲ ਜੇਕਰ ਕੋਈ ਨਿੱਕੀ ਸੋਚ ਰੱਖਦਾ, ਛੋਟੀ ਸੋਚ ਰੱਖਦਾ, ਚਾਹੇ ਉਹ ਜਿੱਡਾ ਵੱਡਾ ਮਰਜ਼ੀ ਹੋ ਜਾਵੇ ਉਮਰ ਦੇ ਹਿਸਾਬ ਨਾਲ, ਪਰ ਉਹਨੂੰ ਬੱਚਾ ਹੀ ਸਮਝ ਲੈਣਾ ਚਾਹੀਦਾ। ਸੋਚ ਦੇ ਨਾਲ ਹੀ ਗੱਲ ਹੁੰਦੀ ਹੈ। ਜਦੋਂ ਸੋਚ ਅਤੇ ਫੈਸਲੇ ਵੱਡੇ ਹੋਣ, ਉਦੋਂ ਉਹ ਬੰਦੇ ਨੂੰ ਆਪਾਂ ਵੱਡਾ ਮੰਨ ਲੈਂਦੇ। ਸੋ ਅੱਜ ਇੱਕ ਬਚਪਨੇ ਦਿਖਾਉਣ ਵਾਲੇ ਨੇ ਬਚਪਨਾ ਦਿਖਾਇਆ, ਮੇਰੀ ਪੋਸਟ ਉੱਤੇ ਲਿਖਿਆ ਵੀ ਤੁਸੀਂ ਜੀ ਬਾਹਰ ਬੈਠੇ ਅੱਗ ਲਾਈ ਜਾਂਦੇ ਹੋ, ਇੱਥੇ ਲੋਕਾਂ ਨੂੰ ਬੱਚੇ ਪਾਲ ਲੈਣ ਦਿਓ, ਜੇ ਉਹ ਇੱਦਾਂ ਦੀਆਂ ਗੱਲਾਂ ਲਿਖੀਆਂ। ਇੱਦਾਂ ਦੀਆਂ ਗੱਲਾਂ ਕਰਨ ਵਾਲੇ ਹੋਰ ਵੀ ਬਥੇਰੇ ਲੋਕ ਨੇ। ਮੇਰੀਆਂ ਪੋਸਟਾਂ ਉੱਤੇ ਤਾਂ ਘੱਟ ਕਮਲ ਕੁੱਟਦੇ ਆ, ਪਰ ਆਲੇ ਦੁਆਲੇ ਦੇਖਦੇ ਰਹਿੰਦੇ ਆ। ਜਦੋਂ ਵੀ ਕਿਸੇ ਪੰਥ ਪ੍ਰਸਤ ਗੁਰਸਿੱਖ ਦੀ ਕੋਈ ਪੋਸਟ ਹੁੰਦੀ ਹੈ ਲਿਖੀ ਹੋਈ, ਉਹਦੇ ਹੇਠਾਂ ਇਹ ਲੋਕ
ਆਪਦਾ ਗਿਆਨ ਵੰਡਣ ਆ ਜਾਂਦੇ ਆ, ਜਿਹਦਾ ਮੂਲ ਭਾਵ ਇਹ ਹੁੰਦਾ ਵੀ ਸਿੱਖਾਂ ਦੇ ਚਾਹੇ ਛਿੱਤਰ ਫਿਰਦਾ ਹੋਵੇ, ਸਿੱਖਾਂ ਨੂੰ ਚਾਹੇ ਜਲੀਲ ਕੀਤਾ ਜਾਂਦਾ ਹੋਵੇ, ਤੇ ਆਪਾਂ ਨੂੰ ਬੋਲਣਾ ਨਹੀਂ ਚਾਹੀਦਾ, ਆਪਾਂ ਨੂੰ ਆਪਦੇ ਹੱਕਾਂ ਦੀ ਗੱਲ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਆਪਣਾ ਬੜਾ ਨੁਕਸਾਨ ਹੋ ਸਕਦਾ। ਇੱਦਾਂ ਦੀਆਂ ਗੱਲਾਂ ਕਰਨ ਵਾਲੇ ਬੜੇ ਲੋਕ ਇਸ ਵੇਲੇ ਸਾਡੇ ਧਰਮ ਦੇ ਵਿੱਚ ਜਿਹੜੇ ਨਵੇਂ ਪ੍ਰਚਾਰਕ ਆਏ ਨੇ ਉਹਨਾਂ ਨੇ ਪੈਦਾ ਕਰ ਦਿੱਤੇ ਆ। ਜਦੋਂ ਅਸੀਂ ਭਾਜੀ ਗਜਿੰਦਰ ਸਿੰਘ ਦੀ ਪੋਇਟਰੀ ਪੜ੍ਹਦੇ ਹਾਂ, ਕਵਿਤਾ ਪੜ੍ਹਦੇ ਹਾਂ, ਉਹਦੇ ਵਿੱਚ ਇੱਕ ਥਾਂ ਦੇ ਉੱਤੇ ਉਹ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਾਰੇ ਲਿਖਦੇ ਆ ਕਿ ਫਿਰ ਇੱਕ ਉੱਠਿਆ ਸੂਰਮਾ ਜਰਨੈਲਾਂ ਦਾ ਜਰਨੈਲ, ਫਿਰ ਇੱਕ ਉੱਠਿਆ ਸੂਰਮਾ ਜਰਨੈਲਾਂ ਦਾ ਜਰਨੈਲ, ਉਹਦੇ ਸਿੱਧੇ ਪੱਧਰੇ ਬੋਲਾਂ ਨੇ ਲਾ ਸੁੱਟੀ ਚਿਰਾਂ ਦੀ ਮੈਲ, ਮੈਲ ਜੈਸ ਮੈਲਾ ਕੀਤਾ ਸੀ ਸਿੱਖ ਸੰਘਰਸ਼ ਦਾ ਰਾਹ, ਕਲਗੀਧਰ ਦੇ ਪੁੱਤਾਂ ਨੂੰ ਦਿੱਤਾ ਸੀ ਗਾਂਧੀ ਦੇ ਪੁੱਤ ਬਣਾ। ਉਸ ਅਣਖੀ ਜਰਨੈਲ ਨੇ ਲਿਆ ਕਰਾਇਓ ਮੋੜ, ਵਿਰਸੇ ਨਾਲੋਂ ਟੁੱਟਿਆਂ ਨੂੰ ਦਿੱਤਾ ਮੁੜ ਵਿਰਸੇ ਨਾਲ ਜੋੜ। ਭਾਜੀ ਗਜਿੰਦਰ ਸਿੰਘ ਲਿਖਦੇ ਆ ਕਿ ਫਿਰ ਇੱਕ ਉੱਠਿਆ ਸੂਰਮਾ ਜਰਨੈਲਾਂ ਦਾ ਜਰਨੈਲ, ਤੇ ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉੱਠੇ, ਜਿਹੜੇ ਜਰਨੈਲਾਂ ਦੇ ਵੀ ਜਰਨੈਲ ਸੀ। ਅੱਗੇ ਲਿਖਦੇ ਆ ਉਹਦੇ ਸਿੱਧੇ ਪੱਧਰੇ ਬੋਲਾਂ ਨੇ ਲਾ ਸੁੱਟੀ ਚਿਰਾਂ ਦੀ ਮੈਲ, ਕਿ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਾਹਲੀਆਂ ਬਣਾ ਕੇ ਜੇ ਗੱਲਾਂ ਨਹੀਂ ਸੀ ਕਰਦੇ, ਬਾਹਲੀ ਵਿਦਵਤਾ ਜੀ ਨਹੀਂ ਸੀ ਦਿਖਾਉਂਦੇ। ਜਿਵੇਂ ਅੱਜ ਕੱਲ੍ਹ ਕਈ ਸਾਡੇ ਭਰਾ ਜਿਹੜੇ ਆ ਉਹ ਜ਼ਿਆਦਾ ਕੰਪਲੀਕੇਟਡ ਜੀ, ਜ਼ਿਆਦਾ ਔਖੀ ਜੀ ਸ਼ਬਦਾਵਲੀ ਵਰਤ ਕੇ ਪ੍ਰਭਾਵ ਜਿਹਾ ਪਾਉਣ ਦੇ ਯਤਨ 'ਚ ਰਹਿੰਦੇ ਆ ਕਿ ਲੋਕ ਮੈਨੂੰ ਬੜਾ ਵਿਦਵਾਨ ਅਤੇ ਮਹਾਨ ਬੰਦਾ ਸਮਝਣ, ਅਤੇ ਪੰਜਾਬੀ ਦੇ ਸਿੱਧੇ ਸਾਧੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਛੱਡ ਕੇ ਅੰਗਰੇਜ਼ੀ ਜਾਂ ਹਿੰਦੀ ਦੇ ਸੰਸਕ੍ਰਿਤ ਦੇ ਬੜੇ ਅਡੰਬਰੀ ਜਿਹੇ ਅੱਖਰ ਲਿਆ ਕੇ ਧੱਕੇ ਨਾਲ ਐਵੇਂ ਠੋਸਦੇ ਰਹਿੰਦੇ ਆ। ਪਰ ਬਾਬਾ ਜਰਨੈਲ ਸਿੰਘ ਜੀ ਜਿੱਥੇ ਮੋਟੀ ਠੁੱਲੀ ਬੋਲੀ ਦੇ ਵਿੱਚ ਗੱਲ ਕਰਦੇ ਸੀ, ਉੱਥੇ ਉਹਨਾਂ ਦਾ ਪਹਿਰਾਵਾ, ਉਹਨਾਂ ਦਾ ਜਿਹੜਾ ਸਿਰ ਦਾ ਉਹਨਾਂ ਦੀ ਕੇਸਕੀ ਹੁੰਦੀ ਸੀ ਉਹ ਵੀ ਸਿੱਧੀ ਪੱਧਰੀ ਹੁੰਦੀ ਸੀ। ਕਦੇ ਬਾਹਲਾ ਬਣਾ ਕੇ ਜੇ ਪਰਨਾ ਬੰਨਣਾ ਜਾਂ ਬਾਹਲਾ ਸੋਹਣਾ ਜਿਹਾ ਸਾਫ ਜਿਹਾ ਰੱਖਣਾ, ਇੱਦਾਂ ਦੀ ਗੱਲ ਨਹੀਂ ਸੀ। ਸਿੱਧੇ ਪੱਧਰੇ ਪਹਿਰਾਵੇ ਵਾਲੇ ਸੀ, ਸਿੱਧੀ ਪੱਧਰੀ ਉਹ ਬੋਲੀ ਬੋਲਦੇ ਸੀ, ਅਤੇ ਧੁਰ ਅੰਦਰੋਂ ਜਜ਼ਬਾਤ ਨਾਲ ਭਿੱਜੇ ਹੋਏ ਉਹਨਾਂ ਦੇ ਬੋਲ ਸਿੱਖ ਨੌਜਵਾਨੀ ਨੂੰ, ਸਿੱਖ ਸੰਗਤ ਨੂੰ ਤੀਰ ਜਿਵੇਂ ਬਿੰਨ ਜਾਂਦਾ ਨਾ ਜਿਸਮ ਨੂੰ, ਉਵੇਂ ਆਤਮਾ ਨੂੰ, ਉਵੇਂ ਰੂਹ ਨੂੰ ਬਿੰਨ ਜਾਂਦੇ ਸੀਗੇ। ਅਤੇ ਸਿੱਖ ਜਿਹੜਾ ਸੀ ਉਹ ਫਿਰ ਸਿੱਖੀ 'ਚ ਪਰਪੱਕ ਹੋ ਕੇ ਧਰਮ ਹੇਤ ਸੀਸ ਵਾਰਨ ਲਈ ਤਿਆਰ ਹੋ ਜਾਂਦੇ ਸੀ। ਸੋ ਜਿਹੜੀ ਗੱਲ ਭਾਜੀ ਗਜਿੰਦਰ ਸਿੰਘ ਨੇ ਕਹੀ ਕਿ ਫਿਰ ਇੱਕ ਉੱਠਿਆ ਸੂਰਮਾ ਜਰਨੈਲਾਂ ਦਾ ਜਰਨੈਲ, ਉਹਦੇ ਸਿੱਧੇ ਪੱਧਰੇ ਬੋਲਾਂ ਨੇ ਲਾ ਸੁੱਟੀ ਚਿਰਾਂ ਦੀ ਮੈਲ, ਮੈਲ ਜਿਸ ਮੈਲਾ ਕੀਤਾ ਸੀ ਸਿੱਖ ਸੰਘਰਸ਼ ਦਾ ਰਾਹ। ਜਿਹੜੀ ਮੈਲ ਲਾਹੀ ਹੈ ਨਾ ਬਾਬੇ ਜਰਨੈਲ ਸਿੰਘ ਨੇ, ਕਿਹੜੀ ਮੈਲ ਸੀ ਉਹ? ਜਿਹੜੀ ਮੈਲ ਨੇ ਸਿੱਖ ਸੰਘਰਸ਼ ਦਾ ਰਾਹ ਮੈਲਾ ਕੀਤਾ ਹੋਇਆ ਸੀ। ਜੇ ਕਿਸੇ ਰਸਤੇ ਦੇ ਵਿੱਚ ਮੈਲ ਹੋਵੇ, ਮੈਲ ਤੋਂ ਭਾਵ ਜਿਹੜੇ ਟੋਏ ਟਿੱਬੇ ਹੋਣ, ਦਰਖਤ ਡਿੱਗੇ ਹੋਣ, ਰੋਡ ਖਿੰਡੇ ਹੋਣ, ਉਹ ਸਾਰੀ ਮੈਲ ਹੀ ਮੰਨੀ ਜਾਂਦੀ ਹੈ ਵੀ ਰਸਤੇ ਦੇ ਵਿੱਚ ਗਲਤ ਚੀਜ਼ਾਂ ਪਈਆਂ, ਔਕੜਾਂ ਪਈਆਂ, ਦੁਸ਼ਵਾਰੀਆਂ ਪਈਆਂ। ਪਰ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਹ ਜਿਹੜੀ ਮੈਲ ਸੀਗੀ ਉਹ ਉਹਨਾਂ ਨੇ ਲਾਹ ਦਿੱਤੀ ਚਿਰਾਂ ਦੀ ਮੈਲ, ਲਾਹ ਕੇ ਸੁੱਟ ਦਿੱਤੀ ਮੈਲ, ਅਤੇ ਸਪਸ਼ਟਤਾ ਹੋ ਗਈ ਕਿ ਸਾਡੇ ਅਤੇ ਸਾਡੇ ਦੁਸ਼ਮਣ ਦੇ ਵਿਚਾਲੇ ਕੀ ਰਿਸ਼ਤਾ। ਉਦੋਂ ਪਹਿਲਾਂ ਐਵੇਂ ਹਿੰਦੂ ਸਿੱਖ ਏਕਤਾ, ਹਿੰਦੂ ਸਿੱਖ ਭਾਈ ਆ, 9 ਮਾਸ ਦਾ ਰਿਸ਼ਤਾ, ਇੱਦਾਂ ਦੇ ਅਡੰਬਰ ਜੇ ਚੱਲਦੇ ਸੀਗੇ। ਉਹ ਸਾਰੇ ਪਖੰਡ ਜੇ ਬਾਬੇ ਜਰਨੈਲ ਸਿੰਘ ਦੇ ਬੋਲਾਂ ਦੇ ਨਾਲ ਉਹ ਮੈਲ ਸਾਰੀ ਲੈ ਗਈ, ਅਤੇ ਗੰਗੂ ਦੀ ਜਿਹੜੀ ਗੰਗੂਵਾਦੀ ਬਿਰਤੀ ਆ, ਹਿੰਦੂ ਕੱਟੜਪੰਥੀ ਸੋਚ ਆ ਜਿਹੜੀ, ਉਹ ਬਿਲਕੁਲ ਨੰਗੀ ਹੋ ਗਈ। ਸੋ ਫਿਰ ਅੱਗੇ ਗੱਲ ਭਾਜੀ ਗਜਿੰਦਰ ਸਿੰਘ ਦੀ ਕਵਿਤਾ ਚਾਹੁੰਦੀ ਆ ਕਿ ਉਸ ਅਣਖੀ ਜਰਨੈਲ ਨੇ ਲਿਆ ਕਰਾਇਓ ਮੋੜ, ਉਹਨੇ ਕਰਾਹੇ ਜਾਂਦੇ ਸਿੱਖਾਂ ਨੂੰ ਮੋੜ ਲਿਆ,
ਤੇ ਵਿਰਸੇ ਨਾਲੋਂ ਟੁੱਟਿਆਂ ਨੂੰ ਦਿੱਤਾ ਮੁੜ ਵਿਰਸੇ ਨਾਲ ਜੋੜ, ਫਿਰ ਵਿਰਸੇ ਨਾਲ ਜੋੜ ਦਿੱਤਾ ਦੁਬਾਰਾ। ਸੋ ਇਹ ਜਿਹੜੀ ਕਵਿਤਾ ਦਾ ਬੰਦ ਵਾ ਟੋਟਾ ਆ, ਇਹਦੇ ਰਾਹੀਂ ਅਸੀਂ ਇਹ ਦੇਖਦੇ ਹਾਂ ਕਿ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕੌਮ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਸੁਚੇਤ ਕੀਤਾ, ਧਰਮ ਹੇਤ ਸੀਸ ਵਾਰਨ ਲਈ ਪ੍ਰੇਰਨਾ ਕੀਤੀ ਅਤੇ ਬਾਣੀ ਤੇ ਬਾਣੇ 'ਚ ਪਰਪੱਕ ਹੋ ਕੇ ਨਸ਼ਿਆਂ ਤੋਂ ਰਹਿਤ ਹੋ ਕੇ ਆਪਦੇ ਜੀਵਨ ਨੂੰ ਗੁਰਮਤਿ ਅਨੁਸਾਰੀ ਬਣਾਉਣ ਦਾ ਹੋਕਾ ਬਾਬਾ ਜਰਨੈਲ ਸਿੰਘ ਜੀ ਨੇ ਦਿੱਤਾ। ਜਦੋਂ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਬੰਬੇ, ਦਿੱਲੀ ਤੇ ਹੋਰਨਾਂ ਥਾਵਾਂ ਉੱਤੇ ਸਿੱਖ ਜਵਾਨੀ ਆਪਦੇ ਧਰਮ ਵਿੱਚ ਪਰਪੱਕ ਹੋਣ ਲੱਗ ਪਈ, ਆਪਦੇ ਹੱਕਾਂ ਪ੍ਰਤੀ ਸੁਚੇਤ ਹੋਣ ਲੱਗ ਪਈ, ਬਾਣੀ ਤੇ ਬਾਣੇ ਨਾਲ ਜੁੜ ਕੇ ਨਸ਼ਿਆਂ ਤੋਂ ਰਹਿਤ ਹੋ ਕੇ ਅੰਮ੍ਰਿਤਧਾਰੀ ਹੋ ਕੇ ਕਲਗੀਧਰ ਸ਼ਹਿਨਸ਼ਾਹ ਦੇ ਦਿੱਤੇ ਹੋਏ ਆਦੇਸ਼ਾਂ ਅਨੁਸਾਰ ਜੀਵਨ ਜਿਉਣ ਲੱਗ ਪਈ, ਤਾਂ ਉਸ ਮੌਕੇ ਦੁਸ਼ਮਣ ਨੂੰ ਭਾਰੀ ਤਕਲੀਫ ਹੋਈ ਆ ਅਤੇ ਉਹਨੇ ਫਿਰ ਸਿੱਖੀ ਦਾ ਅਤੇ ਸਿੱਖਾਂ ਦਾ ਘਾਣ ਕਰਨ ਦੇ ਲਈ ਜੋ ਕੁਝ ਕੀਤਾ ਉਹ ਜੂਨ 1984 ਨੂੰ ਸਾਡੇ ਸਾਹਮਣੇ ਆ, ਫਿਰ ਨਵੰਬਰ 1984 ਨੂੰ ਸਾਡੇ ਸਾਹਮਣੇ। ਜਿਹੜੇ ਲੋਕ 1984 ਤੋਂ ਪਹਿਲਾਂ ਮਿਹਣੇ ਮਾਰਦੇ ਹੁੰਦੇ ਸੀ ਕਿ ਇਹ ਬਾਬਾ ਜਰਨੈਲ ਸਿੰਘ ਤੇ ਉਹਨਾਂ ਦੇ ਜਿਹੜੇ ਸੰਗੀ ਸਾਥੀ ਆ, ਇਹ ਜਿਹੜਾ ਮਾਹੌਲ ਸਿਰਜ ਰਹੇ ਨੇ ਬੜਾ ਮਾੜਾ ਹੈ। ਜਿੱਦਣ ਨਵੰਬਰ 1984 ਨੂੰ ਗਲਾਂ 'ਚ ਟਾਇਰ ਪਾਉਣ ਲੱਗੇ, ਜਿਹੜੇ ਕਹਿੰਦੇ ਸੀਗੇ ਹਿੰਦੂ ਸਿੱਖ ਏਕਤਾ 9 ਮਾਸ ਦਾ ਰਿਸ਼ਤਾ, ਉਹ ਫਿਰ ਉਹਨਾਂ ਨੂੰ ਭੱਜਦਿਆਂ ਨੂੰ ਰਾਹ ਨਾ ਲੱਭੇ। ਫਿਰ ਉਹਨਾਂ ਨੂੰ ਚੇਤਾ ਆਇਆ ਕਿ ਵਾਕਿਆ ਹੀ ਸਾਨੂੰ ਸ਼ਾਸਤਰਧਾਰੀ ਹੋਣਾ ਚਾਹੀਦਾ ਸੀ, ਵਾਕਿਆ ਹੀ ਸਾਨੂੰ ਕੌਮ ਪ੍ਰਤੀ ਧਰਮ ਪ੍ਰਤੀ ਆਪਦੇ ਫਰਜ਼ ਜਿਹੜੇ ਆ ਉਹ ਨਿਭਾਉਣੇ ਚਾਹੀਦੇ ਸੀ। ਅਸੀਂ ਐਵੇਂ ਭਾਰਤ ਮਾਤਾ ਕੀ ਜੈ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀਆਂ ਗੱਲਾਂ ਕਰਦੇ ਰਹੇ, ਅਤੇ ਅੱਜ ਬਾਬਾ ਜਰਨੈਲ ਸਿੰਘ ਜਾਂ ਹੋਰ ਯੋਧੇ ਹੁੰਦੇ ਤਾਂ ਸਾਡੇ ਨਾਲ ਆਹ ਕੁੱਤੇ ਖਾਣੀ ਨਹੀਂ ਸੀ ਹੋਣੀ। ਇਹ ਗੱਲ ਬਾਅਦ ਵਿੱਚ ਵੀ ਜਦੋਂ ਸਿੱਖ ਜੁਝਾਰੂ ਲਹਿਰ ਚੱਲੀ ਉਦੋਂ ਵੀ ਵਾਰ-ਵਾਰ ਉੱਭਰਦੀ ਰਹੀ। ਖਾਸ ਤੌਰ ਦੇ ਉੱਤੇ ਹੁਣ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਹੋਈਆਂ, ਜਦੋਂ ਡੇਰਾ ਸਰਸਾ ਨੇ ਸਿੱਖਾਂ ਦੀ ਇੱਜ਼ਤ ਨੂੰ ਅਣਖ ਨੂੰ ਵੰਗਾਰਿਆ, ਜਦੋਂ ਡੇਰਾ ਭੰਡਿਆਰੇ ਵਾਲਿਆਂ ਨੇ, ਡੇਰਾ ਆਸ਼ੂਤੋਸ਼ ਨੂਰ ਮਹਿਲ ਵਾਲਿਆਂ ਨੇ ਅਤੇ RSS ਅਤੇ ਹੋਰ ਸਿੱਖੀ ਦੇ ਦੁਸ਼ਮਣਾਂ ਨੇ ਜਦੋਂ ਵੀ ਸਿੱਖਾਂ ਨੂੰ ਵੰਗਾਰਿਆ ਹੈ, ਉਦੋਂ ਹੀ ਸੋਸ਼ਲ ਮੀਡੀਆ ਉੱਤੇ ਫਿਰ ਲੋਕ ਭਿੰਡਰਾਂ ਵਾਲੇ ਸੰਤਾਂ ਨੂੰ ਚੇਤੇ ਕਰਦੇ ਆ, ਫਿਰ ਜੁਝਾਰੂਆਂ ਨੂੰ ਚੇਤੇ ਕਰਦੇ ਆ। ਅਤੇ ਭਾਈ ਅਜਮੇਰ ਸਿੰਘ ਦੀ ਜਿਹੜੀ ਕਿਸ ਵਿਧ ਰੁਲੀ ਪਾਤਸ਼ਾਹੀ ਕਿਤਾਬ ਆ, ਉਹਦੇ ਅੰਤ ਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਵੀ ਭਵਿੱਖ ਦੇ ਵਿੱਚ ਕੌਮ ਉੱਤੇ ਵੱਡੇ ਸੰਕਟ ਆਇਆ ਕਰਨਗੇ ਤਾਂ ਸਿੱਖ ਇਕੱਠੇ ਹੋ ਕੇ ਸੰਤ ਭਿੰਡਰਾਂ ਵਾਲਿਆਂ ਨੂੰ ਆਵਾਜ਼ਾਂ ਮਾਰਿਆ ਕਰਨਗੇ। ਮੇਰਾ ਮਿੱਤਰ ਆ ਅਮਰਦੀਪ ਸਿੰਘ ਅਮਰ, ਉਹਦੀ ਪੂਰੀ ਕਿਤਾਬ ਇੱਕ ਭਾਈ ਜਗਦੀਪ ਸਿੰਘ ਫਰੀਦਕੋਟ ਦੇ ਨਾਲ ਰਲ ਕੇ ਉਹਨਾਂ ਦੀ ਛਪੀ ਹੋਈ ਆ ਕਵਿਤਾਵਾਂ ਦੀ, ਕਿ ਮੇਰੀ ਇਸ ਅਰਦਾਸ ਦਾ ਤਾਂ ਇਤਨਾ ਕੁ ਨਿਚੋੜ ਹੈ, ਅੱਜ ਸਿੱਖ ਕੌਮ ਨੂੰ ਭਿੰਡਰਾਂ ਵਾਲੇ ਦੀ ਲੋੜ ਹੈ। ਸੋ ਅੱਜ ਭਿੰਡਰਾਂ ਵਾਲੇ ਦੀ ਲੋੜ ਕਿਉਂ ਹੈ? ਜਦੋਂ ਤਾਂ ਸੰਤ ਭਿੰਡਰਾਂ ਵਾਲੇ ਚੜ੍ਹਦੀ ਕਲਾ ਵਿੱਚ ਕੌਮ ਦੀ ਗੱਲ ਕਰਦੇ ਸੀ, ਉਦੋਂ ਤਾਂ ਬਹੁਤੇ ਸਾਡੇ ਕੌਮ ਦੇ ਲੀਡਰ ਅਤੇ ਬਹੁਤੀ ਸਾਡੀ ਕੌਮ ਦੀ ਉਹ ਲੋਕਾਂ ਦੀ ਗਿਣਤੀ ਜਿਹੜੇ ਲੀਡਰਾਂ ਦੀ ਬੋਲੀ ਬੋਲਦੇ ਸੀ, ਉਹ ਕਹਿੰਦੇ ਸੀਗੇ ਕਿ ਭਿੰਡਰਾਂ ਵਾਲੇ ਸੰਤਾਂ ਦਾ ਸਾਰਾ ਸਿਸਟਮ ਗਲਤ ਹੈ, ਇਹ ਜਿਹੜਾ ਸਿੱਖਾਂ ਦੇ ਅੰਦਰ ਜੁਝਾਰੂ ਬਿਰਤੀ ਭਰੀ ਜਾ ਰਹੀ ਆ, ਬੜੀ ਮਾੜੀ ਗੱਲ ਹੋ ਗਈ ਆ, ਇੱਦਾਂ ਦੀਆਂ ਗੱਲਾਂ ਕਰਦੇ ਸੀ। ਪਰ ਜਦੋਂ ਮੌਕਾ ਆਇਆ ਉਦੋਂ ਫਿਰ ਇਹਨਾਂ ਲੋਕਾਂ ਨੂੰ ਆਪਦੀ ਗਲਤੀ ਦਾ ਅਹਿਸਾਸ ਹੋਇਆ ਅਤੇ ਇਹਨਾਂ ਨੂੰ ਤਾਂ ਲੱਗਦਾ ਰਿਹਾ ਕਿ ਸਾਨੂੰ ਕਿਸੇ ਨੇ ਕੁਛ ਨਹੀਂ ਕਹਿਣਾ, ਅਤੇ ਜਿਹੜਾ ਮਸਲਾ ਆ ਉਹ ਤਾਂ ਸੰਤ ਭਿੰਡਰਾਂ ਵਾਲਿਆਂ ਅਤੇ ਉਹਨਾਂ ਦੇ ਸਾਥੀਆਂ ਅਤੇ ਸਰਕਾਰ ਦੇ ਵਿਚਾਲੇ ਹੈ। ਪਰ ਬਾਅਦ ਵਿੱਚ ਪਤਾ ਲੱਗਿਆ ਕਿ ਸਾਰੀ ਸਿੱਖ ਕੌਮ ਹੀ ਉਹਨਾਂ ਦੇ ਨਿਸ਼ਾਨੇ 'ਤੇ ਹੈ,
ਤੇ ਰਹਿੰਦੀ ਖੂੰਹਦੀ ਕਸਰ 1984 ਦੇ ਨਵੰਬਰ ਮਹੀਨੇ 'ਚ ਪੂਰੀ ਹੋਈ। ਨਵੰਬਰ ਮਹੀਨੇ ਵਿੱਚ ਜਿਨ੍ਹਾਂ ਲੋਕਾਂ ਦਾ ਘਾਣ ਹੋਇਆ ਉਹ ਸਿੱਖ ਨਾ ਤਾਂ ਬਹੁਤੇ ਸੰਤ ਭਿੰਡਰਾਂ ਵਾਲਿਆਂ ਦੇ ਹਮਾਇਤੀ ਸੀ। ਸੰਤ ਭਿੰਡਰਾਂ ਵਾਲਿਆਂ ਦੇ ਹਮਾਇਤੀ ਤਾਂ ਕੀ ਹੋਣਾ, ਉਹ ਤਾਂ ਅਕਾਲੀ ਦਲ ਦੇ ਧਰਮ ਯੁੱਧ ਮੋਰਚੇ ਦੇ ਵੀ ਹਮਾਇਤੀ ਸ਼ਾਇਦ ਨਾ ਹੋਣ। ਤੇ ਉਹ ਲੋਕ ਜਿਨ੍ਹਾਂ ਦੇ ਗਲਾਂ 'ਚ ਟਾਇਰ ਪਾਏ ਗਏ, ਜਿਨ੍ਹਾਂ ਦੀਆਂ ਧੀਆਂ ਭੈਣਾਂ ਦੀ ਬੇਪੱਤੀ ਹੋਈ ਆ, ਉਹਨਾਂ 'ਚੋਂ ਬਹੁਤੇ ਤਾਂ ਵੋਟਾਂ ਵੀ ਕਾਂਗਰਸ ਨੂੰ ਪਾਉਂਦੇ ਰਹੇ ਹੋਣੇ, ਕਿਉਂਕਿ ਉਹਨਾਂ ਦੇ ਪੰਜਾਬ ਦੇ ਮਸਲਿਆਂ ਨਾਲ ਕੋਈ ਬਾਹਲਾ ਸਰੋਕਾਰ ਵੀ ਨਹੀਂ ਹੋਣਾ ਕਿ ਕਿਹੜੇ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ, ਜਾਂ ਕੀ ਪੰਜਾਬ ਦੇ ਵਿੱਚ ਬੋਲੀ ਦਾ ਮਸਲਾ ਜਾਂ ਕੋਈ ਹੋਰ ਹੈ। ਉਹਨਾਂ ਦੇ ਸਰੋਕਾਰ ਵੀ ਵੱਖਰੇ ਸੀ ਪੰਜਾਬ ਦੇ ਸਿੱਖਾਂ ਨਾਲੋਂ, ਤੇ ਉਹਨਾਂ ਨੇ ਕਦੇ ਸੋਚਿਆ ਤੱਕ ਵੀ ਨਹੀਂ ਹੋਣਾ ਕਿ ਸਾਡੇ ਨਾਲ ਇਹ ਭਾਣਾ ਵਾਪਰ ਸਕਦਾ। ਪਰ ਜਦੋਂ ਗਲਾਂ 'ਚ ਟਾਇਰ ਪਾ ਕੇ ਅੱਗਾਂ ਲਾਈਆਂ ਗਈਆਂ, ਜਾਇਦਾਦਾਂ ਸਾੜੀਆਂ ਗਈਆਂ, ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਅਤੇ ਗੁਰਦੁਆਰਿਆਂ ਦੀਆਂ ਬੇਅਦਬੀਆਂ ਹੋਈਆਂ, ਤੇ ਸਿੱਖਾਂ ਨੂੰ ਬੇਪੱਤ ਕੀਤਾ ਗਿਆ, ਤਾਂ ਫਿਰ ਉਹਨਾਂ ਨੂੰ ਚੇਤਾ ਆਇਆ ਕਿ ਅਸੀਂ ਸਿੱਖ ਵਾਂ ਤੇ ਇਸ ਮੁਲਕ ਵਿੱਚ ਸਿੱਖ ਹੋਣਾ ਗੁਨਾਹ ਵਾਲੀ ਗੱਲ ਵਾ। ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਭਾਰਤ ਸਾਨੂੰ ਦੁਸ਼ਮਣ ਸਮਝਦਾ। ਸੋ ਜਿਹੜੀ ਗੱਲ ਆਪਾਂ ਸ਼ੁਰੂ ਵਿੱਚ ਕੀਤੀ ਕਿ ਕੋਈ ਵੀ ਕੌਮ ਹੋਵੇ, ਕੋਈ ਮੁਲਕ ਹੋਵੇ, ਕੋਈ ਭਾਈਚਾਰਾ ਹੋਵੇ, ਉਹ ਆਪਦੇ ਯੋਧਿਆਂ ਨੂੰ, ਆਪਦੇ ਕੌਮ ਦੇ ਜੁਝਾਰੂ ਬਿਰਤੀ ਵਾਲਿਆਂ ਨੂੰ ਉਦੋਂ ਤੱਕ ਚੰਗਾ ਨਹੀਂ ਸਮਝਦਾ, ਉਦੋਂ ਤੱਕ ਪਿਆਰ ਨਹੀਂ ਕਰਦਾ। ਉਦੋਂ ਪਿਆਰ ਆਉਂਦਾ ਜਦੋਂ ਦੁਸ਼ਮਣ ਦਰਾਂ 'ਚ ਆ ਕੇ ਖੜ੍ਹ ਜਾਂਦਾ, ਅਤੇ ਜਦੋਂ ਤੱਕ ਦੁਸ਼ਮਣ ਦਰਾਂ 'ਚ ਨਹੀਂ ਆਉਂਦਾ ਉਦੋਂ ਤੱਕ ਬਹੁਤੇ ਜਿਹੜੇ ਲੋਕ ਆਪਦੇ ਆਪ ਨੂੰ ਸਾਊ, ਸਿਵਲਾਈਜ਼ਡ, ਪੜ੍ਹੇ ਲਿਖੇ, ਦਾਨੇ ਜੇ, ਦਾਨਸ਼ਵਰ ਜੇ ਬਣਾ ਕੇ ਦਿਖਾਉਣ ਦੇ ਹਾਮੀ ਹੁੰਦੇ ਆ ਵੀ ਸਾਨੂੰ ਲੋਕ ਕਹਿਣ ਜੀ ਇਹ ਬੜੇ ਵਧੀਆ ਲੋਕ ਨੇ। ਉਹ ਫਿਰ ਐਵੇਂ ਹੀ ਬਿਨਾਂ ਕਿਸੇ ਗੱਲ ਤੋਂ ਹੀ ਮੋਕ ਮਾਰੀ ਜਾਂਦੇ ਹੁੰਦੇ ਆ। ਜਿਵੇਂ ਅੱਜ ਕੱਲ੍ਹ ਬੜਾ ਰਿਵਾਜ ਆ ਫੇਸਬੁੱਕ 'ਤੇ ਪੋਸਟਾਂ ਜਿਹੀਆਂ ਲਿਖ ਕੇ ਆਪਦੇ ਆਪ ਨੂੰ ਬਾਹਲੇ ਦਾਨਸ਼ਵਰ ਜੇ, ਸਾਊ ਜੇ ਦਿਖਾਉਣ ਦੀ ਇੱਕ ਹੋੜ ਚੱਲੀ ਹੋਈ ਆ ਕਿ ਅਸੀਂ ਤਾਂ ਜੀ ਬੀਬੇ ਬਾਲਕ ਹਾਂ। ਭਾਈ ਤੁਸੀਂ ਬੀਬੇ ਬਾਲਕ ਬਣੋ, ਤੁਹਾਨੂੰ ਰੋਕਦਾ ਕੌਣ ਹੈ? ਕਲਗੀਧਰ ਸ਼ਹਿਨਸ਼ਾਹ ਨੇ ਜੋ ਬਚਨ ਕੀਤੇ ਆ ਕਿ ਸਿੱਖ ਚੜ੍ਹਦੀ ਕਲਾ ਵਿੱਚ ਰਹੇ, ਆਪਦੇ ਹੱਕਾਂ ਦੀ ਰਾਖੀ ਲਈ ਕੌਮ ਨੇ ਜੂਝਣਾ ਹੈ, ਜਿਹੜੇ ਉਹਨਾਂ ਬਚਨਾਂ 'ਤੇ ਪਹਿਰਾ ਦਿੰਦੇ ਆ ਉਹਨਾਂ ਦੇ ਰਾਹ 'ਚ ਤਾਂ ਰੋੜੇ ਨਾ ਸਿੱਟੋ। ਇਹ ਉਹ ਲੋਕ ਨੇ ਜਿਹੜੇ ਅੱਜ ਕਹਿੰਦੇ ਨੇ ਕਿ ਕੌਮ ਦੇ ਹੱਕਾਂ ਦੀ ਗੱਲ ਨਾ ਕਰੋ, ਦੁਸ਼ਮਣ ਜਿਹੜਾ ਹੈ ਉਹ ਸਾਨੂੰ ਛਿੱਤਰ ਫੇਰ ਸਕਦਾ। ਜੇ ਇਹਨਾਂ ਦੀ ਆਪਦੇ ਕਿਸੇ ਚਾਚੇ ਤਾਏ ਨਾਲ ਥਾਂ ਦਾ ਰੌਲਾ ਪੈ ਜੇ, ਜਾਂ ਕੋਈ ਹੋਰ ਮਸਲਾ ਪਿੰਡ ਦਾ ਘਰ ਦਾ ਬਣ ਜੇ, ਉਦੋਂ ਤਾਂ ਜੇ ਇਹਨਾਂ ਨੂੰ ਕਹੀਏ ਵੀ ਤੁਸੀਂ ਆਪਦੀ ਇੱਜ਼ਤ ਜਿਹੜੀ ਆ ਇਹਦਾ ਮਸਲਾ ਛੱਡੋ, ਕੀ ਫਰਕ ਪੈਂਦਾ, 2-4 ਸਿਆੜ ਇੱਧਰ ਹੋਏ ਕੋ ਉੱਧਰ ਹੋਏ, ਉਦੋਂ ਤਾਂ ਸਕੇ ਭਰਾਵਾਂ ਦੇ ਕਤਲ ਕਰਨ ਤੱਕ ਜਾਂਦੇ ਆ, ਗਾਟੇ ਲਾ ਦਿੰਦੇ ਆ। ਪਾਣੀ ਦੀ ਬਾਰੀ ਪਿੱਛੇ ਚਾਚੇ ਦੇ ਮੁੰਡੇ ਦਾ ਗਾਟਾ ਲਾ ਦਿੰਦੇ ਆ, ਤਾਏ ਦਾ ਸਿਰ ਪਾੜ ਦਿੰਦੇ ਆ। ਪਰ ਅੱਜ ਜੇ ਕੌਮ ਦੀ ਗੱਲ ਹੋਵੇ ਉਦੋਂ ਪੂਰੇ ਹੀ ਗਾਂਧੀ ਬਣ ਜਾਂਦੇ ਆ। ਗਾਂਧੀ ਦਾ ਰਾਹ ਤੇ ਸੰਤ ਭਿੰਡਰਾਂ ਵਾਲਿਆਂ ਦਾ ਰਾਹ, ਇਹ ਇੱਕ ਗੁਰਮਤ ਦਾ ਰਾਹ ਵਾ, ਇੱਕ ਮਨਮਤ ਦਾ ਰਾਹ ਵਾ। ਜਿਹੜਾ ਗੁਰਮਤ ਦਾ ਰਾਹ ਵਾ ਉਹਦੇ ਉੱਤੇ ਚੱਲਣ ਵਾਲਿਆਂ ਨੂੰ ਤਾਨੇ ਮਿਹਣੇ ਮਾਰਨੇ, ਉਹਨਾਂ ਆਪ ਦਾ ਆਪ ਡਰਾਕਲ, ਉਹ ਤੋਂ ਆਪ ਆਰਾਮ ਨਾਲ ਬੈਠੋ, ਜੋ ਤੋਂ ਨਹੀਂ ਕੁਛ ਹੁੰਦਾ। ਤੁਹਾਡੇ ਨਾਲੋਂ ਤਾਂ ਗਾਂਧੀ ਚੰਗਾ ਸੀ। ਗਾਂਧੀ ਆਪਦੇ ਲੋਕਾਂ ਦੇ ਹੱਕਾਂ ਲਈ ਲੜਦਾ ਤਾਂ ਸੀ। ਗਾਂਧੀ ਦਾ ਰਾਹ ਵੀ ਫਿਰ ਕਿਸੇ ਹੱਦ ਤੱਕ, ਚਲੋ ਉਹ ਕਹਿੰਦਾ ਸੀ ਹਿੰਸਾ ਨਹੀਂ ਕਰਨੀ ਚਾਹੀਦੀ, ਅਹਿੰਸਾ ਦੇ ਰਾਹੀਂ ਮਸਲੇ ਹੱਲ ਕਰਨੇ ਚਾਹੀਦੇ ਆ, ਚਲੋ ਮੰਨ ਲੈਂਦੇ ਆ, ਪਰ ਆਪਦੇ ਕੌਮ ਦੇ ਹੱਕਾਂ ਲਈ ਤਾਂ ਲੜਦਾ ਸੀ। ਅਤੇ ਆਹ ਜਿਹੜਾ ਕੰਮ ਆਪਾਂ ਫੜ ਲਿਆ, ਹਾਏ ਹਾਏ ਦੇਖਿਓ ਜੀ ਕਿਤੇ ਇਹ ਤਾਂ ਕਹਿੰਦੇ ਹੱਕਾਂ ਦੀ ਗੱਲ ਹੀ ਨਾ ਕਰੋ। ਤੁਸੀਂ ਤਾਂ ਗਾਂਧੀ ਨਾਲੋਂ ਵੀ ਗਰਕੇ ਹੋਏ ਹੋ। ਗਾਂਧੀ ਫਿਰ ਆਪਦੇ ਹੱਕਾਂ ਦੀ ਗੱਲ ਕਰਦਾ ਸੀ, ਉਹਦਾ ਤਰੀਕਾ ਵੱਖਰਾ ਹੋ ਸਕਦਾ। ਅਤੇ ਇੱਧਰ ਐਵੇਂ ਮੋਕ ਵੱਜੀ ਪਈ ਆ, ਬਿਨਾਂ ਕਦੋਂ ਨਿਕਰਾਂ ਲਵੇੜੀ ਫਿਰਦੇ ਆ। ਅਤੇ ਜਦੋਂ ਅੱਜ ਤਾਂ ਮਾਰਦੇ ਆ ਯੱਕੜ, ਜਿਹੜਾ ਵੀ ਪੰਥ ਪ੍ਰਸਤੀ ਦੀ ਗੱਲ ਕਰਦਾ ਉਹਦੇ ਦਾਲੇ ਹੋ ਜਾਂਦੇ ਆ ਪੋਸਟਾਂ ਦੇ। ਮੇਰੇ ਨਾਲ ਤਾਂ ਅੱਜ ਹੀ ਪਹਿਲੇ ਦਿਨ ਇੱਕ ਨੇ ਲਿਖਿਆ ਜਵਲੀ ਜੀ, ਮੈਂ ਉਹਨੂੰ ਥੋੜ੍ਹਾ ਜਿਹਾ ਜਦੋਂ ਕੈੜਾ ਕੀਤਾ, ਮੈਨੂੰ ਪਹਿਲਾਂ ਤਾਂ ਉਹਦੀ ਬਕਵਾਸ ਲਿਖੀ ਹੋਈ ਸੀ, ਕਹਿੰਦਾ ਜੀ ਬਾਹਰਲੇ ਮੁਲਕਾਂ 'ਚ ਬਹਿ ਕੇ। ਮੈਂ ਕਿਹਾ ਭਰਾਵਾ ਮੈਂ ਅੰਮ੍ਰਿਤਸਰ ਰਹਿਣਾ ਅਤੇ ਰਾਣੀ ਕਾ ਬਾਗ ਹੁੰਦੇ ਆ, ਜਦੋਂ ਜੀ ਕਰਦਾ ਆ ਜਾਓ। ਕਹਿੰਦਾ ਜੀ ਬਾਹਰਲੇ ਮੁਲਕਾਂ 'ਚ ਬੈਠੇ ਹੋ। ਅਤੇ ਦੂਜਾ ਸੀਗਾ ਉਹਦਾ ਵੀ ਜੀ ਅੱਗ ਲਾਈ ਜਾਂਦੇ ਹੋ। ਕਿਹੜੀ ਅੱਗ ਲਾਉਂਦੇ ਆ ਭਾਈ? ਕਿਹਨੂੰ ਕਹਿ ਤਾ ਵੀ ਵੱਢ ਦਿਓ?
मैं तो वैसे ही नहीं कदे ਇਹੋ ਜਿਹੀ ਗੱਲ ਕੀਤੀ ਕਰਾਈ। बथेरे सरकारी टट्टू ਜਿਹੜੇ ਨੇ ਉਹ मैसेज करके फोन करके जाल फैलाਉਂਦੇ ਰਹਿੰਦੇ ਆ भी कोई ਇਹੋ ਜਿਹੀ ਗੱਲ ਘਮਾਣ ਤੋਂ ਕਹਾਈਏ ਜਿਹਦੇ ਨਾਲ ਇਹਨੂੰ ਬਾਅਦ 'ਚ ਪੁਲਿਸ ਦਾ ਚੱਕਰ ਪਵੇ। ਤੇ मैं ਉਹੋ ਜਿਹੀ ਗੱਲ ਤੋਂ नहीं ਆਉਂਦਾ, ना कदे ਇਹੋ ਜਿਹੀ पोस्ट ना कोई ਇਹੋ ਜਿਹੀ ਗੱਲ लिखी आ। हाँ, पंथ के हकों की गल, पंथ के हितों की गल, कौम के जज्बातों की गल जरूर करी दी आ। तो उन्नी क गल तो ही भाई जे तेनों नहीं चंगा लगता तू रजाई लैके आराम नाल पै जा, तैनूं किहने काट पाया भी साडे आके तू इत्थे गल्लां सुणा सानूं मत्तां दे। पर मैं ये नोट किया कि पिछले 2-3 सालों तो उन्हां लोकां दी गिणती दिनों दिन वध रही आ जिन्हां नूं कुछ प्रचारकां ने ते कुछ होर लंडर लोकां ने गांधी दे राह तो भी नीवें राह ते तोड़ दिता होया। गांधी फिर भी ये कहता सीगा भी असीं आपदे हक्कां दे लई, आपदी धर्म दे, आपदी कौम दे लोकां दे लई असीं अहिंसक तरीके नाल आपदे हक लेने हैं। पर इधर तां काम ही निराला हो गया, इधर तां काम ही बड़ा अजीबो गरीब आ। कहंदे हक्कां दी गल ही ना करो, जे हक्कां दी गल करांगे जुत्तियां पैणगीਆਂ। हुण भाई गल ये है, दुनिया भर दे विच मैनूं तां लगदा नहीं भी इहो जी कोई होर कौम हो सकदी आ, इहो जिहा कोई होर धर्म हो सकदा जिहड़ी कौम दे बंदे ये कहंदे होण कि आपां नूं आज़ादी की गल ही नहीं करनी चाहिए। आपां दे नाल जे वधीकी हो गई तां दड़ वट लो। मतलब कि जे साहिब श्री गुरु ग्रंथ साहिब जी के पावन सरूपां की बेअदबी हो गई है तां भी बोलो ना। इहो जिहियां गल्लां करन कराउण वाले जिहड़े लोक ने, इन्हां लोकां दी मानसिकता उत्ते तरस आउंदा। ते इन्हां दी सब तो वड्डी समस्या ये कि आपदे आप नूं सब तो दुनिया दे महान सिख समझदे आ भी साडे नालों चातर, साडे नालों सियाणा, साडे नालों सूझवान कोई नहीं। ते जिहड़े इन्हां दे लंडर जे साध ने जिन्हां दे मगर ला के इह जबड़ियां मारदे आ, आप तां ओह असले नाल लैस हो के तुरे फिरदे आ। लोकां नूं कहंदे ने कि जी कोई असला ना रखो, कोई गन ना रखो, कोई गल ना करो। लोकां दे छत्र पवाउण दा जुगाड़ करदे आ, आप आपदे बचाव दा साधन रखदे आ। पर कलगीधर शहनशाह के बचनों उत्ते सिखां नूं पहरा देना चाहिए। इहो जिहे लोकां दी बाली परवाह नहीं करनी चाहिए। आपदे घर दे विच आपदे बचाव जोगा जरूर कुछ रखना चाहिए। जदों नवंबर 1984 दे विच कतलेआम होया, उत्थे 20-25 हज़ार दे टैलीविजन तां सीगे, पर 15-20 रुपये की कुत्ते नूं मारन जोगी सोटी भी लोकां दे घरां 'च है नहीं सी। ਤੇ ਜਦੋਂ ਅਸੀਂ ਪਿੰਡਾਂ ਦੇ ਵਿੱਚ ਰਹਿੰਦੇ ਆਏ ਆ, ਹੁਣ ਆਹ ਚਲੋ ਅੰਮ੍ਰਿਤਸਰ ਆ ਗਏ ਆ, ਸਾਡੇ ਪਿੰਡ ਘਰ ਦੇ ਜਿੰਨੇ ਦਰਵਾਜ਼ੇ ਸੀ, ਦਰਵਾਜ਼ਿਆਂ ਦੇ ਨਾਲ ਜੋ ਕੁੰਡਾ ਖੋਲ੍ਹਣਾ ਤਾਂ ਨਾਲ ਉੱਥੇ ਕੋਈ ਨਾ ਕੋਈ ਡਾਂਗ ਸੋਟਾ, ਕੋਈ ਗੰਡਾਸੀ ਬਰਸ਼ਾ ਆਮ ਪਿੰਡਾਂ 'ਚ ਸਾਡੇ ਘਰਾਂ 'ਚ ਆਪਣੇ ਸਾਰਿਆਂ ਦੇ ਬਜ਼ੁਰਗਾਂ ਦਾ ਰੱਖਿਆ ਹੁੰਦਾ ਸੀ। ਹੁਣ ਹਾਲਾਤ ਜਿਹੜੇ ਨੇ, ਅੱਜ ਗੱਤਕਾ ਦਿਵਸ ਮਨਾਇਆ ਸਾਰੀ ਕੌਮ ਨੇ। ਇੱਕ ਪਾਸੇ ਤਾਂ ਸਾਡੇ ਜਿਹੜੇ ਵਿਰੋਧੀ ਆ, ਜਿਹੜੇ ਦੁਸ਼ਮਣ ਨੇ, ਉਹ ਆਪਦੇ ਕੌਮ ਦੇ ਬੰਦਿਆਂ ਨੂੰ ਤਾਂ ਇੱਕ ਪਾਸੇ ਆਪਦੀਆਂ ਬੱਚੀਆਂ ਨੂੰ ਵੀ ਹਥਿਆਰਬੰਦ ਟ੍ਰੇਨਿੰਗ ਦੇ ਰਹੇ ਨੇ। ਕਦੇ ਦੁਰਗਾ ਸ਼ਕਤੀ ਬਹਿਨੀ, ਕਦੇ ਕੁਛ ਬਣਾ ਕੇ ਉਹ ਲੱਗੇ ਹੋਏ ਨੇ। ਤੇ ਜਿਹੜੀ ਕੌਮ ਨੂੰ ਗੁਰੂ ਪਾਤਸ਼ਾਹ ਦਾ ਹੁਕਮ ਦਿੱਤਾ ਹੋਇਆ ਕਿ ਬਿਨਾਂ ਸ਼ਾਸਤਰਮ ਕੇਸਮ ਮੋਹੇ ਦੇਹੋ ਨਾ ਦਦਾਰੇ, ਕਿ ਕੇਸਾਂ ਅਤੇ ਸ਼ਾਸਤਰਾਂ ਤੋਂ ਬਗੈਰ ਮੇਰੇ ਮੱਥੇ ਨਾ ਲੱਗੀ, ਉਹ ਕਹਿੰਦੇ ਜੀ ਇਹੋ ਜਿਹੀ ਗੱਲ ਨਾ ਕਰਿਓ। ਤੇ ਜਿੱਦਣ ਕੋਈ ਜੱਬਖਾਨਾ ਖੜਾ ਹੋ ਗਿਆ, ਉਦਣ ਕਹਿਣਗੇ ਜੀ ਅੱਜ ਭਿੰਡਰਾਲਾ ਹੁੰਦਾ ਨਾ, ਅੱਜ ਜੁਝਾਰੂ ਹੁੰਦੇ, ਫੇਰ ਗੱਲ ਬਣਨੀ ਸੀ। ਭਾਈ ਜਿਹੜੇ ਲੋਕਾਂ ਦੇ ਉੱਤੇ ਸੱਚੇ ਪਾਤਸ਼ਾਹ ਦੀ ਕਿਰਪਾ, ਸਾਰੇ ਤਾਂ ਇਹੋ ਜਿਹੇ ਹੁੰਦੇ ਨਹੀਂ, ਅਸੀਂ ਤਾਂ ਕਿਸੇ ਗਿਣਤੀ 'ਚ ਨਹੀਂ, ਪਰ ਜਿਹੜੇ ਸਾਡੀ ਕੌਮ ਦੇ ਬੰਦੇ ਜਿਹੜੇ ਨੇ ਉਹ कौम के हकों हितों की गल करन जोगे ने, वो लोगों का राह क्यों आपां डकदे हैं? जे किसी दियां लत्तां 'च जान आ, जेकर कोई देहधारी गुरु डंम नाल टक्कर लैंदा है, जे कोई पंथ प्रस्ती के जज्बे तहत कौम की गल करदा कराउंदा, वो भाई जेकर अपनियां लत्तां नहीं भार चलदियां तां आपां छड्डो परे, अगला करूगा तां भरूगा। तुसीं कदों चीकां मारी जांदे हो? ये परां खड़े ही लेरा मारी जाते आ भी हाय हाय किते साडा नाम ना लग जे। बड़े इहो ਜਿਹੇ चुटकले बने हुए ने जिहदे विच लोग इहो जिहियां गल्लां करदे ने
ਬਈ ਜੰਗਲ ਦੇ ਵਿੱਚ ਕਹਿੰਦੇ ਚੂਹੇ ਭੱਜੇ ਜਾਣ, ਚੂਹੇ ਕਿਸੇ ਨੇ ਰੋਕਿਆ, ਕਹਿੰਦੇ ਤੁਸੀਂ ਕਿੱਧਰ ਭੱਜੇ ਜਾਂਦੇ ਹੋ? ਕਹਿੰਦੇ ਵੀ ਸ਼ੇਰ ਦੀ ਸ਼ੇਰਨੀ ਆ ਜਿਹੜੀ ਉਹ ਲੱਭਦੀ ਨਹੀਂ ਅਤੇ ਸ਼ੇਰ ਬੜਾ ਔਖਾ ਹੋਇਆ ਕਰਦਾ। ਕਹਿੰਦੇ ਤੁਸੀਂ ਕਾਹਤੋਂ ਭੱਜੇ ਜਾਂਦੇ ਹੋ? ਕਹਿੰਦੇ ਕਿਤੇ ਸਾਡੇ 'ਤੇ ਨਾ ਸ਼ੱਕ ਕਰ ਲਵੇ। ਉਹ ਹਾਲ ਇਹਨਾਂ ਲੋਕਾਂ ਦਾ ਵੀ ਭਾਈ ਜਿਹੜੇ ਸ਼ੇਰ ਬਿਰਤੀ ਵਾਲੇ, ਸਿੰਘ ਬਿਰਤੀ ਵਾਲੇ ਲੋਕ ਨੇ ਸਿੱਖਾਂ ਦੇ, ਜੇ ਉਹ ਆਪਣੀ ਕੌਮ ਦਾ, ਆਪਣੀ ਧਰਮ ਦੀ ਕੋਈ ਗੱਲ ਕਰਦੇ ਕਰਾਉਂਦੇ ਆ, ਆਪਦਾ ਕਰਨਗੇ ਅਤੇ ਭਰਨਗੇ। ਤੁਸੀਂ ਕਾਹਤੋਂ ਬਿਨਾਂ ਗੱਲ ਤੋਂ ਹਾਏ ਹਾਏ ਜੀ ਇਹ ਬੜੇ ਮਾੜੇ ਆ ਜੀ? ਜੇਕਰ ਕੋਈ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ ਕਰਾਉਂਦਾ, ਕਰ ਲੈਣ ਦਿਓ। ਆਪਾਂ ਆਪਦੀ ਕੌਮ ਦੇ ਉਹਨਾਂ ਨੌਜਵਾਨਾਂ ਦੇ ਰਾਹ ਵਿੱਚ ਰੋੜੇ ਸੁੱਟ ਕੇ ਸਾਨੂੰ ਮਿਲਦਾ ਕੀ ਹੈ? ਜੇ ਆਪਾਂ ਨਹੀਂ ਕੁਛ ਕਰਨਾ ਨਾ ਕਰੋ, ਪਰ ਜਿਹੜੇ ਪੰਥ ਪ੍ਰਸਤੀ ਦੀ ਭਾਵਨਾ ਰੱਖਦੇ ਆ ਉਹਨਾਂ ਨੂੰ ਨਿੰਦਣਾ, ਭੰਡਣਾ, ਉਹਨਾਂ ਨੂੰ ਕਹਿਣਾ ਕਿ ਜੀ ਇਹ ਤਾਂ ਮਾਹੌਲ ਖ਼ਰਾਬ ਕਰਦੇ ਆ। ਉਹ ਭਾਈ ਮਾਹੌਲ ਠੀਕ ਰੱਖਣ ਦੀ ਜ਼ਿੰਮੇਵਾਰੀ ਸਰਕਾਰ ਦੀ ਆ। ਸਰਕਾਰ ਆਪੇ ਫੜ ਕੇ ਉਹਨਾਂ ਨੂੰ ਅੰਦਰ ਕਰ ਦੂ। ਤੁਸੀਂ ਬਾਹਲੇ ਸਰਕਾਰ ਤੋਂ ਮੋਹਰੀ ਨਾ ਬਣੋ। ਹੁਣ ਇੱਕ ਜਿਹੜਾ ਇੰਡੀਆ ਅਤੇ ਚਾਈਨਾ ਦੀ ਲੜਾਈ ਦੀ ਗੱਲ ਚੱਲਦੀ ਆ, ਸਾਰਿਆਂ ਨੇ ਆਪਾਂ ਵਿਚਾਰ ਚਰਚਾ ਕੀਤੀ ਆ। ਸਾਡੇ ਸਤਿਕਾਰਯੋਗ ਭਾਈ ਸਾਡੇ ਅਜੇਪਾਲ ਸਿੰਘ ਨੇ ਇੱਕ ਪੋਸਟ ਪਾਈ ਆ, ਮੈਂ ਹੁਣੇ ਸ਼ੇਅਰ ਕੀਤੀ ਆ। ਬਹੁਤ ਸਾਰੇ ਭੈਣ ਭਰਾਵਾਂ ਨੇ ਉਹਦੇ 'ਤੇ ਕਮੈਂਟ ਵੀ ਕੀਤੇ ਆ ਅਤੇ ਉਹਦੇ ਵਿੱਚ ਅਜੇਪਾਲ ਭਾਜੀ ਨੇ ਲਿਖਿਆ ਵੀ ਕਿਸੇ ਭਰੋਸੇਯੋਗ ਸੂਤਰ ਤੋਂ ਉਹਨਾਂ ਨੂੰ ਖਬਰ ਮਿਲੀ ਆ ਕਿ ਜਿਹੜਾ ਚਾਈਨਾ ਦੇ ਨਾਲ ਜਿੱਥੇ 20 ਭਾਰਤੀ ਫੌਜੀ ਮਾਰੇ ਗਏ ਆ, ਉੱਥੇ ਬਾਅਦ ਵਿੱਚ ਸਿੱਖਾਂ ਦੀ ਸ਼ੁੱਧ ਪਲਟਣ, ਸ਼ੁੱਧ ਹੁੰਦਾ ਪਿਓਰ, ਜਿਵੇਂ ਆਪਾਂ ਕਹਿੰਦੇ ਹਾਂ ਵੀ ਇਕੱਲੇ ਸਿੱਖਾਂ ਦੀ ਪਲਟਣ, 3 ਫੀਲਡ ਉਹਦਾ ਨਾਂ ਆ। ਉਹਨਾਂ ਨੇ ਚੀਨੀਆਂ ਨੂੰ ਪਿੱਛੇ ਧੱਕਿਆ ਅਤੇ ਉਹਨਾਂ ਨੇ ਇੱਕ ਚੀਨ ਦਾ ਫੌਜੀ ਅਫਸਰ ਵੀ ਹਿਰਾਸਤ ਵਿੱਚ ਲੈ ਲਿਆ ਸੀ ਆਪਦੇ। ਅਤੇ ਜਦੋਂ ਜਿਹੜੇ ਬਿਹਾਰ ਦੇ ਅਫਸਰ ਅਤੇ ਸਿਪਾਹੀ ਛੱਡੇ ਆ ਚੀਨ ਵਾਲਿਆਂ ਨੇ, ਉਹ ਉਸ ਅਫਸਰ ਦੇ ਬਦੌਲਤ ਛੱਡਣੇ ਪਏ ਆ ਜਿਹੜਾ ਅਫਸਰ ਸਿੱਖ ਫੌਜੀਆਂ ਨੇ ਕਾਬੂ ਕਰ ਲਿਆ ਸੀ। ਅਤੇ ਉਹਦੇ ਬਾਰੇ ਇੱਕ ਲੰਮੀ ਚੌੜੀ ਪੋਸਟ ਭਾਜੀ ਅਜੇਪਾਲ ਸਿੰਘ ਨੇ ਅੰਗਰੇਜ਼ੀ 'ਚ ਜਿਹੜੀ ਉਹਨਾਂ ਨੂੰ ਮਿਲੀ ਆ, ਉਹ ਉਹਨਾਂ ਨੇ ਆਪਦੀ ਬਾਲ ਤੋਂ ਪਾਈ ਆ ਅਤੇ ਮੈਂ ਉਹ ਸ਼ੇਅਰ ਵੀ ਕੀਤੀ ਆ। ਅਤੇ ਇਸ ਖਬਰ ਦੇ ਬਾਰੇ ਇੱਕ ਚੀਜ਼ ਹੋਰ ਹੈ ਬਈ, ਯਾਦਵਿੰਦਰ ਕਰਫਿਊ ਜਿਹੜਾ ਪੱਤਰਕਾਰ ਹੈ, ਉਹਨੇ ਵੀ ਮੰਨਿਆ ਕਿ ਮੇਰੇ ਕੋਲ ਵੀ ਇਸ ਤਰ੍ਹਾਂ ਦੀ ਖਬਰ ਬਾਰੇ 2 ਸਕਿੰਟ ਦੀ ਕਲਿੱਪ ਆਈ ਹੈ। ਅਤੇ ਸਾਡੇ ਇੱਕ ਭਰਾ ਨੇਗੇ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਨੇ ਇਸ ਪੋਸਟ ਨੂੰ ਮੈਂ ਵੀ ਸ਼ੇਅਰ ਕੀਤਾ, ਜਿੱਥੇ ਉੱਥੇ ਲਿਖਿਆ ਕਿ ਸਾਨੂੰ ਕੀ ਭਾ ਜਿਹੜੇ ਇੰਡੀਆ ਦਾ ਹਿੱਸਾ ਬਣ ਗਏ ਆ। ਠੀਕ ਆ ਗੱਲ ਉਹਨਾਂ ਦੀ। ਮੈਂ ਗੱਲ ਇਹ ਤਾਂ ਸ਼ੇਅਰ ਕੀਤੀ ਇਹ ਦੱਸਣ ਦੇ ਲਈ ਕਿ ਇਹਨਾਂ ਸਿੱਖ ਫੌਜੀਆਂ ਨੂੰ ਊਂ ਤਾਂ 26 ਜਨਵਰੀ ਦੀ ਪਰੇਡ ਦੇ ਵਿੱਚ ਵੀ ਨਹੀਂ ਅਗਲੇ ਲਾਉਣ ਨੂੰ ਤਿਆਰ। ਇਹਨਾਂ ਫੌਜੀਆਂ ਨੂੰ ਹੋਰ ਵੀ ਕਿਤੇ ਜਿੱਥੇ ਚੱਜ ਹਾਲ ਦਾ ਮੌਕਾ ਹੁੰਦਾ ਉੱਥੇ ਪਿੱਛੇ ਰੱਖਦੇ ਆ। ਯਾਦ ਰੱਖਣ ਦੀ ਲੋੜ ਹੈ, ਜਦੋਂ ਬੰਗਲਾਦੇਸ਼ ਆਜ਼ਾਦ ਕਰਾਇਆ 72,000 ਦੱਸਦੇ ਆ ਕਿ 62,000 ਦੱਸਦੇ ਆ, ਪਰ ਹਜ਼ਾਰਾਂ ਦੀ ਗਿਣਤੀ 'ਚ ਸੀਗੇ ਜਿਹੜੇ ਪਾਕਿਸਤਾਨੀ ਫੌਜੀਆਂ ਤੋਂ ਹਥਿਆਰ ਸੁਟਵਾਏ। ਅਤੇ ਜਿਨ੍ਹਾਂ ਨੇ ਉਹ ਹਥਿਆਰ ਜਨਰਲ ਸਵੇਗ ਸਿੰਘ ਵਰਗਿਆਂ ਨੇ, ਜਨਰਲ ਜਗਜੀਤ ਸਿੰਘ ਅਰੋੜੇ ਵਰਗੇ ਜਿਨ੍ਹਾਂ ਸੂਰਬੀਰਾਂ ਨੇ, ਸਿੱਖਾਂ ਨੇ ਉਹ ਐਡੀ ਵੱਡੀ ਦਲੇਰੀ ਅਤੇ ਜਾਂਬਾਜ਼ੀ ਦੇ ਨਾਲ ਕੰਮ ਕੀਤਾ, ਉਹਨਾਂ ਨੂੰ ਪਿੱਛੇ ਸੁੱਟ ਕੇ ਫਿਰ ਉਹ ਮੂਹਰੇ ਲੈ ਜਾਂਦੇ ਜਿਹੜੇ ਆਪ ਦੇ ਚਹੇਤੇ ਸੀ। ਹੁਣ ਵੀ ਆਹ ਖਬਰ ਜਿਹੜੀ ਆ ਇਹ ਜੇ ਸੱਚੀ ਆ ਤਾਂ ਸਾਫ਼ ਗੱਲ ਆ ਕਿ ਫਿਰ ਸਿੱਖਾਂ ਨੂੰ ਕ੍ਰੈਡਿਟ ਦੇਣ ਦੀ ਬਜਾਏ ਕਿ ਇਹਨਾਂ ਨੇ ਕਮਾਲ ਕੀਤੀ ਆ, ਇਹਨਾਂ ਨੇ ਸਿੱਖਾਂ ਨੇ ਹੀ ਭਾਈ ਫਿਰ ਇੰਡੀਆ ਦੀ ਇੱਜ਼ਤ ਬਚਾਈ ਆ, ਮਾੜੀ ਮੋਟੀ ਜਿਹੜੀ ਬਚੀ ਹੈ। ਇਹਨਾਂ ਸਿੱਖ ਫੌਜੀਆਂ ਨੂੰ ਵੀ ਇਸ ਗੱਲ ਦੇ ਉੱਤੇ ਹੁਣ ਆਪਦਾ ਸਪਸ਼ਟ ਹੋਣਾ ਚਾਹੀਦਾ ਕਿ ਜੇਕਰ ਤੁਸੀਂ ਭਾਈ ਚਾਈਨਾ ਦੇ ਅਫਸਰਾਂ ਨੂੰ ਗ੍ਰਿਫਤਾਰ ਕਰਕੇ ਅਤੇ ਉਹਨਾਂ ਨੂੰ ਤੁਸੀਂ ਛਡਵਾਉਣ ਜੋਗੇ ਹੋ, ਪਰ ਤੁਹਾਡਾ ਇੰਡੀਆ ਨੇ ਕਿਤੇ ਨਾਂ ਨਹੀਂ ਲਿਆ। ਸੋ ਇਹ ਜਿਹੜੀ ਇੰਡੀਆ ਨੂੰ ਵੀ ਉਦੋਂ ਚੇਤਾ ਆਉਂਦਾ ਸਿੱਖਾਂ ਦਾ। ਪਰਸੋਂ ਵੀ ਆਪਾਂ ਸਾਰਿਆਂ ਨੇ ਪੋਸਟਾਂ ਦੇਖੀਆਂ, ਮੁੰਡਿਆਂ ਨੇ ਲਿਖੀਆਂ, ਮੇਰਾ
ਸੁਖਜਿੰਦਰ ਦੋਸਤਵਾ ਭਰਤਗੜ੍ਹ ਰੋਪੜ ਅਨੰਦਪੁਰ ਸਾਹਿਬ ਇਲਾਕੇ ਤੋਂ, ਉਹਨੇ ਵੀ ਉਹ ਫੋਟੋਆਂ ਪਾਈਆਂ ਸੀਗੀਆਂ ਵੀ ਗੱਡੀਆਂ ਦੇ ਉੱਤੇ ਖਾਲਸਾਈ ਝੰਡਾ ਲੱਗਿਆ ਹੋਇਆ। ਹੁਣ ਖਾਲਸਾਈ ਝੰਡੇ ਤੇ ਸਿੱਖਾਂ ਦੀ ਯਾਦ ਉਦੋਂ ਇੰਡੀਆ ਨੂੰ ਆਉਂਦੀ ਆ ਜਦੋਂ ਪੰਗਾ ਪੈ ਜਾਂਦਾ। ਇੰਡੀਆ ਨੂੰ ਤਾਂ ਫੇਰ ਚੇਤੇ ਆ ਜਾਂਦੀ ਹੈ ਜਿਹੜੀ ਗੱਲ ਆਪਾਂ ਅੱਜ ਦਾ ਥੀਮ ਲਿਆ, ਉੱਥੇ ਜਿਹੜਾ ਲਿਖਿਆ ਵੀ ਜਿਹੜੇ ਯੋਧੇ ਹੁੰਦੇ ਆ ਕਿਸੇ ਕੌਮ ਦੇ ਕਿਸੇ ਮੁਲਕ ਦੇ, ਉਹਨਾਂ ਨੂੰ ਉਦੋਂ ਹੀ ਚੇਤੇ ਕੀਤਾ ਜਾਂਦਾ ਜਦੋਂ ਦੁਸ਼ਮਣ ਦਰਾਂ 'ਚ ਆ ਕੇ ਖੰਘੂਰਾ ਮਾਰਦਾ। No one loves a warrior until the enemy is at the gate, ਜਦੋਂ ਤੱਕ ਦੁਸ਼ਮਣ ਦਰਾਂ 'ਚ ਨਹੀਂ ਆ ਜਾਂਦਾ। ਇੰਡੀਆ ਵਾਲਿਆਂ ਨੂੰ ਤਾਂ ਫਿਰ ਆਪਦੇ ਮਕਸਦ ਲਈ ਚਾਹੇ ਵਰਤਦੇ ਆ, ਸਿੱਖ ਫੌਜੀ ਚੇਤੇ ਆ ਗਏ, ਉਹਨਾਂ ਨੇ ਆਪਦਾ ਮਤਲਬ ਕਢਵਾ ਲਿਆ। ਉਹ ਇੱਕ ਵੱਖਰਾ ਵਿਸ਼ਾ, ਆਪਾਂ ਉਹਦੇ 'ਤੇ ਕੱਲ੍ਹ ਵੀ ਗੱਲ ਕੀਤੀ, ਪਰਸੋਂ ਵੀ ਕੀਤੀ। ਪਰ ਆਹ ਜਿਹੜਾ ਕੰਮ ਹੋ ਰਿਹਾ ਸਾਡੀ ਕੌਮ ਦਾ, ਇਹਦੇ ਵੱਲ ਧਿਆਨ ਦੇਣ ਦੀ ਲੋੜ ਆ। ਜਿਹੜੇ ਆ ਲਗਾੜੇ ਜੇ ਉੱਠ ਕੇ ਪੰਥਕ ਲੋਕਾਂ ਨੂੰ ਐਵੇਂ ਦਬਕਾਉਂਦੇ ਫਿਰਦੇ ਆ ਕਿ ਤੁਸੀਂ ਬਾਹਰ ਬੈਠੇ ਕਿਉਂ ਕੌਮ ਦੀ ਗੱਲ ਕਰਦੇ ਹੋ, ਜਾਂ ਜਿਹੜੇ ਕਹਿੰਦੇ ਆ ਜੀ ਤੁਸੀਂ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ, ਇਹਨਾਂ ਮਾਹੌਲ ਦੇ ਰਾਖਿਆਂ ਨੂੰ, ਇਹਨਾਂ ਬਹੁਤੇ ਸਿਆਣਿਆਂ ਨੂੰ ਬਹੁਤਾ ਜ਼ਿਆਦਾ ਸਿਰ 'ਤੇ ਨਾ ਚਾੜਿਆ ਕਰੋ। ਚਾਰ ਤੱਤੀਆਂ ਸੁਣਾ ਕੇ ਨਾ ਇਹੋ ਜਿਹਾ ਨੂੰ ਘਰ ਨੂੰ ਤੋਰ ਦਿਆ ਕਰੋ। ਮਾਰਕ ਜ਼ੁਕਰਬਰਗ ਨੇ ਜਿੱਥੇ ਫੇਸਬੁੱਕ ਬਣਾਈ ਆ ਉੱਥੇ ਬਲੌਕ ਕਰਨ ਵਾਲਾ ਵੀ ਬਣਾਇਆ। ਇਹੋ ਜਿਹੀਆਂ ਲਗੌੜਾਂ ਜਿਨ੍ਹਾਂ ਦੇ ਅੰਦਰ ਲੱਤਾਂ 'ਚ ਜਾਨ ਨਹੀਂ, ਵੀ ਤੁਸੀਂ ਚੀਜ਼ ਕੀ ਹੋ, ਪਹਿਲਾਂ ਤੁਸੀਂ ਇਹ ਦੱਸੋ ਤੁਹਾਡਾ ਹੱਕ ਕੀ ਆ। ਨਾ 3 'ਚ ਨਾ 13 'ਚ ਐਵੇਂ ਉੱਠ ਕੇ ਮੱਤਾਂ ਦੇਣ ਤੁਰ ਪੈਂਦੇ ਹੋ। ਜਿਵੇਂ ਟਟੀਰੀ ਨੇ ਸਿਰ 'ਤੇ ਲੱਤਾਂ ਉੱਤੇ ਨੂੰ ਚੱਕੀਆਂ ਹੁੰਦੀਆਂ ਵੀ ਮੇਰੇ ਸਿਰ 'ਤੇ ਅਸਮਾਨ ਖੜਾ, ਉਵੇਂ ਸਿੱਖੀ ਇਹ ਕਹਿੰਦੇ ਸਾਡੇ ਸਿਰ 'ਤੇ ਖੜੇ, ਅਸੀਂ ਬੜੇ ਸਿਆਣੇ ਆ। ਅਤੇ ਸਿਆਣੇ ਇੰਨੇ ਕੁ ਆ, ਉਹ ਇੱਕ ਦੁੱਲੇ ਭੱਟੀ ਵਾਲੀ ਗੱਲ ਚੇਤੇ ਆ ਜਾਂਦੀ ਹੈ। ਉਹ ਜਦੋਂ ਮੇਰੂ ਪੋਸਤੀ ਕੋਲੇ ਬਾਅਦ ਲੱਦੀ ਗਈ ਹੈ ਨਾ, ਸੁਣਦੇ ਹੁੰਦੇ ਸੀ ਕਿੱਸਾ ਪੁਰਾਣਾ, ਅਤੇ ਉਹ ਕਹਿੰਦਾ ਅੱਜ ਫਿਰ ਪੋਸਤੀ ਹੋਈ ਕੰਮ ਆਇਆ ਨਾ। ਉਹ ਭਾਈ ਜਿਹੜੇ ਸਾਡੀ ਕੌਮ ਦੇ ਸੂਰਬੀਰ ਯੋਧੇ ਆ, ਜਿਨ੍ਹਾਂ 'ਚ ਪੰਥ ਦਾ ਪਿਆਰ ਆ, ਉਹਨਾਂ ਦੇ ਉੱਤੇ ਕਟਾਕਸ਼ ਕਰਨੇ, ਉਹਨਾਂ ਨੂੰ ਗਲਤ ਦਰਸਾਉਣਾ, ਇਹ ਬਿਲਕੁਲ ਹੀ ਤੁਹਾਡੀ ਬੇਹੂਦਗੀ ਆ। ਇਤਿਹਾਸ ਵਿੱਚ ਤੁਸੀਂ ਆਪਦਾ ਨਾਂ ਕਲੰਕਿਤ ਕਰ ਰਹੇ ਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਹੋਰ ਜੁਝਾਰੂ ਕੌਮ ਦੇ ਮਾਣ ਨੇ। ਉਹਨਾਂ ਨੇ ਕਲਗੀਧਰ ਸ਼ਹਿਨਸ਼ਾਹ ਜਿਹੜੇ 6ਵੇਂ ਪਾਤਸ਼ਾਹ ਦਾ ਮੀਰੀ ਪੀਰੀ ਦਾ ਸਿਧਾਂਤ ਆ, ਉਹਨਾਂ 6ਵੇਂ ਪਾਤਸ਼ਾਹ ਨੇ ਹੁਕਮਨਾਮੇ ਜਾਰੀ ਕੀਤੇ ਸੀ ਕਿ ਸੋਹਣੇ ਜਵਾਨ ਘੋੜੇ ਅਤੇ ਸ਼ਾਸਤਰ ਭੇਂਟ ਕੀਤੇ ਜਾਣ। ਦਸ਼ਮੇਸ਼ ਪਾਤਸ਼ਾਹ ਨੇ ਸ਼ਾਸਤਰ ਜਿਹੜੇ ਆ ਉਹ ਪੱਕੇ ਕਰਦੇ ਕਿ ਹਰੇਕ ਸਿੱਖ ਦੇ ਕੋਲ ਹੋਣੇ ਚਾਹੀਦੇ ਆ। ਸੋ ਜਿਹੜੇ ਗੁਰੂ ਦੇ ਪਿਆਰੇ ਸਿੱਖ ਜੁਝਾਰੂ ਬਿਰਤੀ ਵਾਲੇ ਸਾਡੇ ਪਿਆਰੇ ਭਰਾ ਨੇ, ਉਹਨਾਂ ਸਾਰਿਆਂ ਦੇ ਪ੍ਰਤੀ ਜਿਹੜੇ ਅਪਸ਼ਬਦ ਵਰਤਦੇ ਆ, ਉਹਨਾਂ ਨੂੰ ਨੀਵਾਂ ਦਿਖਾਉਂਦੇ ਆ। ਅਤੇ ਆਪਦੇ ਆਪ ਨੂੰ ਬਾਹਲੇ ਸਿਆਣੇ ਸਮਝਣ ਵਾਲੇ ਇਹ ਲੋਕ ਜਿਹੜੇ ਨੇ, ਇਹਨਾਂ ਦੀ ਬਹੁਤੀ ਪਰਵਾਹ ਕਰਨ ਦੀ ਲੋੜ ਨਹੀਂ। ਜਿਹੜੇ ਬੰਦੇ ਸਿੱਖੀ ਦੇ ਹੀ ਉਲਟ ਨੇ, ਜਿਨ੍ਹਾਂ ਨੂੰ ਸਿੱਖ ਸਿਧਾਂਤ ਦੀ ਹੋਈ ਸਮਝ ਨਹੀਂ, ਇਹੋ ਜਿਹੇ ਲੋਕਾਂ ਦੀ ਬਾਹਲੀ ਚਿੰਤਾ ਚਪਾਟੀ ਕਰਨ ਦੀ ਲੋੜ ਨਹੀਂ। ਸੋ ਇਹ ਚੇਤੇ ਰੱਖੋ ਕਿ ਜਦੋਂ ਭੀੜ ਆ ਪੈਂਦੀ ਆ, ਜਦੋਂ ਕੌਮ 'ਤੇ ਵਿਪਤਾ ਆ ਪੈਂਦੀ ਆ, ਜਿਹੜੇ ਲੋਕ ਉਦੋਂ ਕੰਮ ਆਉਂਦੇ ਨੇ ਖੜ ਕੇ। ਮੌਤ ਤਾਂ ਚਲੋ ਆਈ, ਜੁਝਾਰੂ ਯੋਧਿਆਂ ਨੇ ਵੀ ਸ਼ਹੀਦ ਹੋਣਾ ਹੁੰਦਾ, ਮਰਨਾ ਹੁੰਦਾ, ਪਰ ਮੌਤ 'ਚ ਫਰਕ ਹੁੰਦਾ। ਇੱਕ ਖੜ ਕੇ ਉਹੀ ਮੌਤ ਮਰ ਜਾਣਾ, ਇੱਕ ਜਿੰਨੇ ਜੋਗੇ ਹੈਗੇ ਆ ਅਗਲਾ ਲੜ ਕੇ ਜੂਝ ਕੇ ਮਰਿਆ। ਨਵੰਬਰ 84 ਅਤੇ ਜੂਨ 84 'ਚ ਆਹੀ ਫਰਕ ਆ। ਨਵੰਬਰ 1984 ਨੂੰ ਗਲਾਂ 'ਚ ਟਾਇਰ ਪਾ ਕੇ ਅੱਖਾਂ ਦੇ ਸਾਹਮਣੇ ਧੀਆਂ ਭੈਣਾਂ ਦੀ ਬੇਪੱਤੀ ਕਰਵਾ ਕੇ ਮਰੇ। ਜੂਨ 84 ਨੂੰ ਅਗਲੇ ਜਿੰਨੇ ਜੋਗੇ ਸੀਗੇ ਠੋਕ ਕੇ ਮਰੇ ਆ। ਅਤੇ ਬਾਅਦ ਵਿੱਚ ਫਿਰ ਜਦੋਂ ਵੈਦਿਆ ਵਰਗਿਆਂ ਨੂੰ ਸੋਧਾ ਲਾ ਕੇ ਭਾਈ ਜਿੰਦੇ ਸੁੱਖੇ ਉਹਨਾਂ ਨੂੰ ਫਾਂਸੀ ਨਸੀਬ ਹੋਈ, ਤਾਂ ਉਹਨਾਂ ਨੇ ਸ਼ੁਕਰ ਕੀਤਾ ਸੱਚੇ ਪਾਤਸ਼ਾਹ ਦਾ ਕਿ ਸਾਤੋਂ ਕੌਮ ਦੀ ਸੇਵਾ ਹੋਈ ਹੈ। ਸੋ ਜਿਹੜੇ ਭਰਾ ਆਪਦੇ ਆਪ ਨੂੰ ਮਹਾਂ ਸਿਆਣੇ ਸਮਝਦੇ ਆ, ਇਹਨਾਂ ਮਹਾਂਪੁਰਸ਼ਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਪਦੀ ਸਿਆਣਕ ਆਪਦੇ ਡੇਰਿਆਂ ਡੂਰਿਆਂ 'ਤੇ ਕਈ ਰੱਖੋ। ਜਿਹੜੀ ਕੌਮ ਦੀ ਸੇਧ ਆ ਉਹ ਕਲਗੀਧਰ ਸ਼ਹਿਨਸ਼ਾਹ ਤੋਂ ਲੈਣੀ ਆ, ਨਾ ਕਿ ਤੁਹਾਡੇ ਲੰਡਰ ਸਾਧਾਂ ਤੋਂ ਲੈਣੀ ਆ, ਜਿਹੜੇ ਆਪ ਤਾਂ ਅਸਲੇ ਨਾਲ ਲੈਸ ਹੋ ਕੇ ਆਪਦੇ ਬਚਾਅ ਦੇ ਪੂਰੇ ਸਾਧਨ ਕਰਕੇ ਫਿਰ ਕੋਈ ਭਕਾਈ ਮਾਰਦੇ ਆ, ਅਤੇ ਉਸ ਭਕਾਈ ਅਨੁਸਾਰ ਤੁਸੀਂ ਅੱਗੇ ਕਮਲ ਕੁੱਟੀ ਜਾਂਦੇ ਹੋ। ਆਖੇ ਜੀ ਸ਼ਾਸਤਰ ਨਹੀਂ ਰੱਖਣੇ ਚਾਹੀਦੇ,
ਸਿੱਖੀ ਦੇ ਮਸਲਿਆਂ ਦੀ ਗੱਲ ਨਹੀਂ ਛੇੜਨੀ ਚਾਹੀਦੀ। ਜਿਹੜਾ ਮਾੜੀ ਜੀ ਗੱਲ ਕਰਦਾ ਉਹਦੇ ਉੱਤੇ ਕਿੰਤੂ ਪਰੰਤੂ ਕਰਨ ਬਹਿ ਜਾਂਦੇ ਹੋ। ਮੈਨੂੰ ਤਾਂ ਸਾਰੇ ਸੰਸਾਰ ਦੇ ਵਿੱਚੋਂ ਸੱਚੀ ਗੱਲ ਆ ਕੋਈ ਕੌਮ ਇਹੋ ਜਿਹੀ ਦਿਖੀ ਨਹੀਂ ਜਿਹੜੀ ਆਪ ਦੀ ਕੌਮ ਦੇ ਹੱਕਾਂ ਦੀ ਗੱਲ ਕਰਨ ਵਾਲਾ। ਅਗਲਾ ਕਹਿੰਦਾ ਚਲੋ ਅਸੀਂ ਤਾਂ ਨਹੀਂ ਕਰਨ ਜੋਗੇ, ਜਿਹੜੇ ਕੰਮ ਦੀ ਗੱਲ ਕਰਦੇ ਆ ਕੌਮ ਦੀ ਉਹਨਾਂ ਦੀ ਪੈਠੀ ਥਾਪੜ ਦਿਓ, ਉਹਨਾਂ ਦੀ ਬੱਲੇ ਬੱਲੇ ਹੀ ਕਰ ਦਿਓ। ਪਰ ਕਾਹਨੂੰ ਕਬੱਲੀ ਬੁਰਕੀ ਪਈ ਆ। ਮੈਨੂੰ ਕਦੇ ਕਦੇ ਇਹ ਵੀ ਲੱਗਦਾ ਵੀ ਜਿਹੜਾ ਕਹਿੰਦੇ ਆ IT ਸੈੱਲ ਵੀ ਜਿਹੜੇ ਭਰਤੀ ਕੀਤੇ ਆ ਬੰਦੇ, ਉਹਨਾਂ ਨੂੰ ਤਨਖਾਹ 'ਤੇ ਕਿਰਾਏ 'ਤੇ ਰੱਖਿਆ ਹੋਇਆ ਵੀ ਤੁਸੀਂ ਸਿੱਖ ਨੌਜਵਾਨਾਂ ਨੂੰ ਕਿਰਾਏ ਪਾਉਣਾ, ਸਿੱਖਾਂ ਦੇ ਮਨਾਂ ਵਿੱਚ ਇਹ ਗੱਲ ਪਾਉਣੀ ਆ ਬਈ ਨੱਚਣ ਗਾਉਣ ਵਾਲੀਆਂ ਦੇ ਪੋਸਟਾਂ ਸ਼ੇਅਰ ਕਰੋ, ਵਿਵਾਦ ਵਾਲੀਆਂ ਪੋਸਟਾਂ ਸ਼ੇਅਰ ਕਰੋ, ਕਾਟੋ ਕਲੇਸ਼ ਵਾਲੀਆਂ ਗੱਲਾਂ ਕਰੋ। ਪਰ ਪੰਥ ਦੀ ਚੜ੍ਹਦੀ ਕਲਾ ਵਾਲੀ, ਕੌਮ ਨੂੰ ਇਕਜੁੱਟ ਰੱਖਣ ਵਾਲੀ ਅਤੇ ਸਿੱਖੀ ਦੀ ਸ਼ਾਨ ਵਧਾਉਣ ਵਾਲੀ ਜਿਹੜੀ ਪੋਸਟ ਆ ਉਹ ਸ਼ੇਅਰ ਨਾ ਕਰੋ। ਅਤੇ ਜਿਹੜੇ ਬੰਦੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।